ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ। ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਵਿਚਾਲੇ ਨਿਊਜ਼ 18 ਐਕਸਕਲੂਸਿਵ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਰਿਹਾ ਹੈ। 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਸਕਦਾ ਹੈ। ਇਸ ਸਮੇਂ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ। ਕਿਸਾਨ ਜਥੇਬੰਦੀਆਂ ਵੀ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀਆਂ ਨੇ। ਕੱਲ ਕੈਬਨਿਟ ਦੀ ਬੈਠਕ ਦੇ ਵਿੱਚ ਆਖਰੀ ਮੋਹਰ ਲੱਗ ਸਕਦੀ ਹੈ। ਸੂਤਰ ਸਾਨੂੰ ਦੱਸ ਰਹੇ ਨੇ ਨਿਊਜ਼ 18 ਪੰਜਾਬ ਦੇ, ਜੋ ਸਾਡੇ ਕੋਲ ਐਕਸਕਲੂਸਿਵ ਤੇ ਅਹਿਮ ਜਾਣਕਾਰੀ ਹੈ। 19 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਸਕਦਾ ਹੈ, ਕਿਉਂਕਿ ਲਗਾਤਾਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੈਸ਼ਨ ਫੌਰੀ ਤੌਰ ਦੇ ਉੱਤੇ ਸੱਦਿਆ ਜਾਵੇ। ਤੇ ਦੂਜੇ ਪਾਸੇ ਵਿਰੋਧੀ ਧਿਰਾਂ ਵੀ ਲਗਾਤਾਰ ਸੱਦਣ ਨੂੰ ਕਹਿ ਰਹੀਆਂ ਸੀ ਕਿ ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਜਾਰੀ ਨੇ। ਤੇ ਇਸ ਵਿਚਾਲੇ ਸੈਸ਼ਨ ਸੱਦਿਆ ਜਾਵੇ। ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਇੱਕ ਹਫ਼ਤੇ ਦਾ ਅਲਟੀਮੇਟਮ ਸਰਕਾਰ ਨੂੰ ਦੇ ਦਿੱਤਾ ਸੀ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਨਾ ਸੈਸ਼ਨ ਸੱਦਿਆ ਤਾਂ ਫਿਰ ਅਸੀਂ ਮੋਰਚਾ ਖੋਲਾਂਗੇ ਸਰਕਾਰ ਦੇ ਖਿਲਾਫ। ਪਰ ਇਸ ਸਮੇਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਸਕਦਾ ਹੈ। 19 ਤਰੀਕ 19 ਅਕਤੂਬਰ ਨੂੰ ਆਉਂਦੇ ਸੋਮਵਾਰ ਨੂੰ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਸਰਕਾਰ ਕੀ ਕੁਝ ਫੈਸਲੇ ਲੈਂਦੀ ਹੈ ਉਸ ਦੇ ਉੱਤੇ ਨਜ਼ਰ ਰਹੇਗੀ। ਪਰ ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਨੂੰ ਸੱਦਿਆ ਜਾ ਸਕਦਾ ਹੈ। ਤੇ ਨੰਬਰ 2, ਇਸ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਮੰਗ ਵੀ ਕਰ ਰਹੀਆਂ ਨੇ ਕਿ ਤੁਸੀਂ ਮਤਾ ਲਿਆਓ ਜਾਂ ਜੋ ਤੁਸੀਂ ਕਰ ਸਕਦੇ ਹੋ ਵਿਧਾਨ ਸਭਾ ਦੇ ਪੱਧਰ ਦੇ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਉਹ ਕਰੇ, ਤਾਂ ਹੋ ਸਕਦਾ ਕਿ ਸੋਮਵਾਰ ਨੂੰ ਕੋਈ ਰੱਦ ਕਰਨ ਵਾਲਾ ਮਤਾ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਸਕਦੀ ਹੈ। ਸਦਰ ਰੁਕ ਕਰਦੇ ਹਾਂ ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਸੈਸ਼ਨ ਸੱਦਣ ਨੂੰ ਲੈ ਕੇ? अगर जो मुख्यमंत्री दफ्तर के हवाले तो सोर्सेस तो जानकारी मिलती है कि सोमवार को यानी कि 19 तरीक को सरकार सैशन बुलाने से विचार कर रही है। कल कैबिनेट की बैठक जी है वो सद्दी गई है। दोपहर 3 बजे की जो वीडियो कॉन्फ्रेंसिंग के जरिए पंजाब सरकार की कैबिनेट की बैठक होएगी तो उस मुद्दा रखा जाएगा। और जानकारी सोर्सेस के हवाले तो मिल रही है कि सोमवार को सरकार जो है सैशन बुलाएगी और जो नवा कानून खेती के 3 नवे कानून जोड़े ने केंद्र सरकार वालों बुलाए गए ने उसनों सोमवार को जो है पंजाब सरकार रद्द कर सकती है। इस सोर्सेस के हवाले तो सब तो अहम जानकारी जी न्यूज़ 18 के कोल पहुंची है। गौरव जी, ਸੈਸ਼ਨ ਕਦੋਂ ਕੱਲ ਮੋਹਰ ਲੱਗ ਸਕਦੀ ਹੈ ਇਸ ਤੇ, ਜਿਹੜੀ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੀ ਕੁਝ ਸੈਸ਼ਨ ਸੱਦ ਕੇ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਸਕਦੇ ਨੇ, ਇਸ ਬਾਰੇ ਕੋਈ ਜਾਣਕਾਰੀ? ਪੰਕਜ बिल्कुल गौरव, कल कैबिनेट की बैठक दोपहर 3 बजे होनी है। उसके विचार वटांदरा किया जाएगा और सोर्सेस से जानकारी दे रहे हैं कि सरकार ने सोमवार को यानी कि अगले सोमवार को कैबिनेट सैशन बुलाने से सहमति जी दर्ज कर ली है और कैबिनेट के इस मुतलक जी मोहर लग जाएगी। और सब तो पहला न्यूज़ 18 अपने दर्शकों तक ये अहम जानकारी जी पहुंचा रहा है। और एक वकीलों की टीम के नाल सलाह मशवरा करके एक खरड़ा जो तैयार किया गया। उस खरड़े ਦੇ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਜੋ ਨਵੇਂ 3 ਕਾਨੂੰਨ ਨੇ ਉਹ ਪੰਜਾਬ ਵਿੱਚ ਲਾਗੂ ਨਹੀਂ ਕੀਤੇ ਜਾਣਗੇ। ਇਸ ਦੇ ਮੁਤਲਕ ਬਹਿਸ ਵੀ ਹੋਏਗੀ। ਸੈਸ਼ਨ ਦੇ ਵਿੱਚ तमाम ਸਿਆਸੀ ਪਾਰਟੀਆਂ ਦਾ ਪੱਖ ਵੀ ਜਾਣਿਆ ਜਾਏਗਾ, ਕਿਉਂਕਿ ਗੌਰਵ ਭਾਜਪਾ ਦੇ 2 ਵਿਧਾਇਕ ਨੇ, ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਵਿਧਾਇਕ ਜਿਹੜੇ ਨੇ ਉਹ ਇਸ ਗੱਲ ਤੇ ਸਹਿਮਤੀ ਜਤਾ ਰਹੇ ਨੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਦੇ ਵਿਧਾਇਕ ਹੋਣ। ਸਾਰੇ ਇਸ ਗੱਲ ਤੇ ਸਹਿਮਤੀ ਜਤਾ ਰਹੇ ਨੇ ਕਿ 3 ਨਵੇਂ ਕਾਨੂੰਨ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਆਏ ਨੇ ਉਹ ਗਲਤ ਨੇ, ਉਹਨਾਂ ਨੂੰ ਪੰਜਾਬ ਦੇ ਵਿੱਚ ਰੱਦ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਭਾਜਪਾ ਦੇ 2 ਆਗੂ ਜ਼ਰੂਰ ਨੇ ਜੋ ਇਹਨਾਂ ਕਾਨੂੰਨਾਂ ਦਾ ਜਿਹੜਾ ਨਵਾਂ ਖਰੜਾ ਵਿਧਾਨ ਸਭਾ 'ਚ ਪੇਸ਼ ਕੀਤਾ ਜਾਏਗਾ ਉਸ ਦਾ ਵਿਰੋਧ ਕੀਤਾ ਜਾਏਗਾ। ਗੌਰਵ, ਇਸ ਵੇਲੇ ਸਵਾਲ ਸੀਨੀਅਰ ਵਕੀਲ HS ਫੁਲਕਾ ਖੜੇ ਕਰ ਰਹੇ ਨੇ ਸਰਕਾਰ ਦੀ ਮਨਸ਼ਾ ਨੂੰ ਲੈ ਕੇ ਕਿ ਜੋ ਖਰੜਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਹੈ, ਜੋ ਸੋਮਵਾਰ ਨੂੰ ਸਵੇਰੇ ਟੇਬਲ ਦੇ ਉੱਤੇ ਵਿਧਾਇਕਾਂ ਨੂੰ ਦਿੱਤਾ ਜਾਏਗਾ, ਉਸ ਮੁਤਲਕ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨਾਂ ਨੂੰ ਉਸ ਬਾਰੇ ਜਾਣਕਾਰੀ ਹੋਵੇ ਕਿ ਉਸ ਖਰੜੇ ਦੇ ਵਿੱਚ ਕੀ ਹੈ, ਕਿਸਾਨ ਆਪਣੀ ਫੀਡਬੈਕ ਸਰਕਾਰ ਨੂੰ ਦੇਣ। ਔਰ ਕਿਉਂ ਇੰਨਾ ਸੀਕ੍ਰੇਟ ਅਜੇ ਤੱਕ ਜਿਹੜਾ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਹੈ, ਕਿਉਂਕਿ ਇੱਕ ਅਕਾਲੀ ਦਲ ਵੱਲੋਂ ਇੱਕ ਹਫ਼ਤੇ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਸੀ ਕਿ ਅਗਰ ਸਰਕਾਰ ਨੇ ਸੈਸ਼ਨ ਜਲਦ ਨਾ ਬੁਲਾਇਆ ਤਾਂ ਕਾਂਗਰਸ ਦੇ ਲੀਡਰਾਂ ਦਾ ਵੀ ਘਿਰਾਵ ਕੀਤਾ ਜਾਏਗਾ। ਔਰ ਹੁਣ ਮੁੱਖ ਮੰਤਰੀ ਦਫ਼ਤਰ ਦੇ ਸੋਰਸਿਸ से ਜਾਣਕਾਰੀ ਦੇ ਰਹੇ ਨੇ ਕਿ ਸੋਮਵਾਰ ਨੂੰ सरकार ने सैशन बुलाने की तैयारी की है और कल कैबिनेट के विच इस ते मोहर लग जाएगी। करो ठीक है पंकज, धन्यवाद, तुसीं नज़र बनाए रखना इस पूरी जानकारी के लिए धन्यवाद। ਤੇ ਜਿਵੇਂ ਪੰਕਜ ਜਾਣਕਾਰੀ ਸਾਨੂੰ ਦੇ ਰਹੇ ਨੇ ਕਿ ਸੈਸ਼ਨ ਸੱਦਣ ਦਾ ਤਕਰੀਬਨ ਤੈਅ ਹੋ ਚੁੱਕੀ ਹੈ। ਐਕਸਕਲੂਸਿਵ ਜਾਣਕਾਰੀ ਨਿਊਜ਼ 18 ਤੁਹਾਨੂੰ ਦੇ ਰਿਹਾ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਸੋਮਵਾਰ 19 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਏਗਾ। ਆਖਰੀ ਮੋਹਰ ਜਾਂ ਕਹੀਏ ਕਿ ਰਸਮੀ ਤੌਰ ਦੇ ਉੱਤੇ ਐਲਾਨ
ਸੈਸ਼ਨ ਸੱਦਣ ਦਾ ਕੱਲ ਦੀ ਮੀਟਿੰਗ ਦੇ ਵਿੱਚ ਕੀਤਾ ਜਾ ਸਕਦਾ ਹੈ। ਕੱਲ ਕੈਬਨਿਟ ਦੀ ਮੀਟਿੰਗ ਹੈ, ਇਹ ਵੀ ਕਲੀਅਰ ਹੋ ਗਿਆ ਕਿ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਵਿਚਾਰ ਹੋਏਗਾ ਅਤੇ ਉਸ ਦੇ ਉੱਤੇ ਮੋਹਰ ਲਗਾਈ ਜਾ ਸਕਦੀ ਹੈ ਕਿ ਠੀਕ ਹੈ 19 ਤਰੀਕ ਨੂੰ ਤੁਸੀਂ ਸੈਸ਼ਨ ਸੱਦੋ। ਹਾਲਾਂਕਿ 1 ਦਿਨ ਦਾ ਹੋਏਗਾ, 2 ਦਿਨ ਦਾ ਹੋਏਗਾ, ਇਸ ਦੇ ਉੱਤੇ ਵੀ ਅਜੇ ਜ਼ਰੂਰ ਮੀਟਿੰਗ ਤੋਂ ਬਾਅਦ ਹੀ ਕਲੀਅਰ ਹੋ ਸਕੇਗੀ ਪਿਕਚਰ। ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਸਿਰਫ 1 ਦਿਨ ਦਾ ਹੀ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਕਿਸਾਨਾਂ ਦੇ ਅੰਦੋਲਨ ਦੀ ਤੇ ਕਿਸਾਨਾਂ ਦੀ ਮੀਟਿੰਗ ਦੀ। ਚੰਡੀਗੜ੍ਹ ਦੇ ਵਿੱਚ ਮੀਟਿੰਗ ਜਾਰੀ ਹੈ। ਕੇਂਦਰ ਦੇ ਨਾਲ ਗੱਲਬਾਤ ਕਰੀਏ ਜਾਂ ਨਾ ਕਰੀਏ ਉਸ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ, ਪਰ ਮੀਟਿੰਗ ਦੇ ਵਿੱਚ ਕੁਝ ਫੈਸਲੇ ਹੋ ਚੁੱਕੇ ਨੇ। ਫੈਸਲਾ ਨੰਬਰ 1 ਕਿ ਕਿਸਾਨ ਆਪਣਾ ਰੇਲ ਰੋਕੋ ਅੰਦੋਲਨ ਫਿਲਹਾਲ ਖਤਮ ਨਹੀਂ ਕਰਨਗੇ। ਜਾਂ ਰੇਲ ਰੋਕੋ ਅੰਦੋਲਨ ਕਿਸਾਨਾਂ ਦਾ ਜਾਰੀ ਰਹੇਗਾ। 29 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ। ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਜਾਰੀ ਹੈ ਕਿਸਾਨ ਜਥੇਬੰਦੀਆਂ ਦੀ। ਕੇਂਦਰ ਦੇ ਨਾਲ ਗੱਲਬਾਤ ਕਰਨ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ। ਮੀਟਿੰਗ ਦੇ ਵਿੱਚ BKU ਲੱਖੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸ਼ਾਮਿਲ ਨਹੀਂ ਹੈ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ, ਖਾਸ ਤੌਰ ਤੇ ਗੱਲਬਾਤ ਨੂੰ ਲੈ ਕੇ ਕਿ ਕੱਲ ਸਵੇਰੇ 11:30 ਵਜੇ ਕੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਦਿੱਲੀ ਜਾਣਗੇ ਜਾਂ ਨਹੀਂ ਜਾਣਗੇ, ਇਸ ਦੇ ਉੱਤੇ ਫੈਸਲਾ ਇਸ ਮੀਟਿੰਗ ਦੇ ਵਿੱਚ ਹੈ। ਤੁਹਾਨੂੰ ਦੱਸ ਦਈਏ ਥੋੜੀ ਦੇਰ ਬਾਅਦ ਜੋ ਜਾਣਕਾਰੀ ਪਹਿਲਾਂ ਦਿੱਤੀ ਗਈ ਸੀ ਕਿਸਾਨ ਆਗੂਆਂ ਦੇ ਵੱਲੋਂ ਕਿ ਕਰੀਬ 3:30 ਵਜੇ ਉਹ ਮੀਡੀਆ ਦੇ ਮੁਖਾਤਿਬ ਹੋਣਗੇ ਤੇ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਕੀਤਾ ਗਿਆ ਉਸ ਦੇ ਉੱਤੇ ਜਿਹੜਾ ਜਾਣਕਾਰੀ ਦਿੱਤੀ ਜਾਵੇਗੀ। ਪਰ ਕੁਝ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਵੱਖ-ਵੱਖ ਤੌਰ ਦੇ ਉੱਤੇ ਨਿਊਜ਼ 18 ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੋਵੇ, ਉਗਰਾਹਾਂ ਆਲਰੇਡੀ ਕਹਿ ਚੁੱਕਿਆ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਡਕੌਂਦਾ ਕਹਿ ਚੁੱਕਿਆ ਹੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਦੇਖਣਾ ਹੋਵੇਗਾ ਕਿ ਇਹ ਜਥੇਬੰਦੀਆਂ ਹੁਣ ਗੱਲਬਾਤ ਨੂੰ ਲੈ ਕੇ ਆਖਰੀ ਫੈਸਲਾ ਕੀ ਕਰਦੀਆਂ ਨੇ। ਯਾਨੀ ਕਿ ਕੁਝ ਜਥੇਬੰਦੀਆਂ ਹੁਣ ਤੱਕ ਪੋਜ਼ਿਟਿਵ ਨਜ਼ਰ ਆਈਆਂ ਨੇ ਕਿ ਜੀ ਹਾਂ ਗੱਲਬਾਤ ਹੋਣੀ ਚਾਹੀਦੀ ਹੈ ਤੇ ਗੱਲਬਾਤ ਸਾਨੂੰ ਅੱਗੇ ਤੋਰਨੀ ਚਾਹੀਦੀ ਹੈ, ਤਾਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਾਫ਼ ਹੋ ਜਾਏਗਾ ਕਿ ਗੱਲਬਾਤ ਕੱਲ ਨੂੰ ਕਰਨ ਦੇ ਲਈ ਦਿੱਲੀ ਦਾ ਰੁਖ ਕਰ ਰਹੀਆਂ ਨੇ ਇਹ ਜਥੇਬੰਦੀਆਂ। ਦੇਖੋ ਪਹਿਲਾਂ ਇਨਵੀਟੇਸ਼ਨ ਇੱਕ ਵਾਰ ਆਇਆ ਸੀ ਕਿਸਾਨ ਜਥੇਬੰਦੀਆਂ ਨੂੰ, ਉਸ ਨੂੰ ਨਕਾਰ ਦਿੱਤਾ ਗਿਆ ਸੀ ਤੇ ਹੁਣ ਦੂਜੇ ਇਨਵੀਟੇਸ਼ਨ ਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ। ਕੀ ਕੁਝ ਕਿਸਾਨ ਕਹਿ ਰਹੇ ਨੇ ਉਹ ਪਹਿਲਾਂ ਸੁਣਵਾਉਂਦੇ ਹਾਂ ਤੁਹਾਨੂੰ, ਫਿਰ ਰੁਕ ਕਰਾਂਗੇ ਇਸ ਮੀਟਿੰਗ ਜਿੱਥੇ ਹੋ ਰਹੀ ਹੈ ਉੱਥੇ ਦਾ। ਮੈਸੇਜ ਥੱਲੇ ਭੇਜਣਾ ਚਾਹੁੰਦੇ ਆ ਜੋ ਟੀਵੀ ਚੈਨਲਾਂ ਦੇ ਰਾਹੀਂ ਹੋਰ ਮੀਡੀਆ ਦੇ ਰਾਹੀਂ ਗਲਤ ਪ੍ਰਚਾਰ ਥੱਲੇ ਕੀਤਾ ਜਾ ਰਿਹਾ ਹੈ ਕਿ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਰੇਲਵੇ ਲਾਈਨਾਂ ਤੋਂ ਧਰਨੇ ਉਠਾਉਣ ਦਾ। ਬਿਲਕੁਲ ਅਸੀਂ ਕੋਈ ਫੈਸਲਾ ਨਹੀਂ ਕੀਤਾ, ਇਹ ਸਿਰਫ ਇੱਕ ਕਿਸੇ ਜਥੇਬੰਦੀ ਦਾ ਫੈਸਲਾ ਹੋ ਸਕਦਾ। ਜਿਹੜੀਆਂ 29 ਜਥੇਬੰਦੀਆਂ ਅਸੀਂ ਮੀਟਿੰਗ ਕਰ ਰਹੇ ਹਾਂ ਇਹਨਾਂ ਦਾ ਫੈਸਲਾ ਜਿਵੇਂ ਪਹਿਲਾਂ ਚੱਲ ਰਿਹਾ ਹੈ, ਰੇਲਵੇ ਟਰੈਕਾਂ ਤੇ ਧਰਨੇ, ਟੋਲ ਪਲਾਜ਼ਿਆਂ ਤੇ ਧਰਨੇ, ਪੰਪਾਂ ਤੇ ਧਰਨੇ, ਮੌਲਾਂ ਅੱਗੇ ਧਰਨੇ, BJP ਦੇ ਦਫ਼ਤਰਾਂ ਦੇ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਦੇ ਦਰਾਂ ਅੱਗੇ ਧਰਨੇ, ਉਹ ਜਿਉਂ ਦੀ ਤਿਉਂ ਅਜੇ ਚੱਲਣਗੇ। ਅਸੀਂ ਅਜਿਹਾ ਕੋਈ ਫੈਸਲਾ ਨਹੀਂ ਕੀਤਾ। ਇਹ ਗਲਤ ਮੈਸੇਜ ਥੱਲੇ ਨਹੀਂ ਜਾਣਾ ਚਾਹੀਦਾ, ਇਹ ਜ਼ਰੂਰੀ ਹੈ। ਇੱਕ ਵਾਰ ਅਸੀਂ ਫੇਰ ਕਹਿੰਦੇ ਹਾਂ ਕਿ 29 ਜਥੇਬੰਦੀਆਂ ਦੀ ਜੋ ਮੀਟਿੰਗ ਚੱਲ ਰਹੀ ਹੈ ਕਿਸਾਨ ਭਵਨ ਦੇ ਵਿੱਚ, ਉਹਨੇ ਕੋਈ ਅਜਿਹਾ ਫੈਸਲਾ ਨਹੀਂ ਕੀਤਾ ਕਿ ਕਿਸੇ ਜਗ੍ਹਾ ਤੋਂ ਕੋਈ ਧਰਨਾ ਉਠਾਉਣਾ ਹੈ। ਇਹ ਕਿਸੇ ਇੱਕ ਜਥੇਬੰਦੀ ਦਾ ਫੈਸਲਾ ਹੋ ਸਕਦਾ। ਇਹ ਗਲਤ ਮੈਸੇਜ ਸਾਡਾ ਥੱਲੇ ਨਹੀਂ ਜਾਣਾ ਚਾਹੀਦਾ। ਸਾਰੇ ਧਰਨਾਕਾਰੀਆਂ ਨੂੰ, ਸਾਰੇ ਲੀਡਰ ਸਾਹਿਬਾਨਾਂ ਨੂੰ, ਸਾਰੀਆਂ ਜਥੇਬੰਦੀਆਂ ਨੂੰ ਇਹ ਅਸੀਂ ਪੁਰਜੋਰ ਬੇਨਤੀ ਕਰਨੇ ਕਿ ਕੋਈ ਵੀ ਧਰਨਾ ਕਿਸੇ ਜਗ੍ਹਾ ਤੋਂ ਨਹੀਂ ਉਠਾਉਣਾ। ਪਹਿਲਾਂ 31 ਜਥੇਬੰਦੀਆਂ ਤੋਂ 30 ਜਥੇਬੰਦੀਆਂ ਹੋਈਆਂ, 30 ਤੋਂ 29 ਹੋ ਗਈਆਂ। ਇੱਕ ਕਿਹੜੀ ਜਥੇਬੰਦੀ ਹੈ? ਇੱਕ ਜਥੇਬੰਦੀ ਪਹਿਲਾਂ ਹੀ ਸਾਰਿਆਂ ਨੂੰ ਅਸੀਂ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਚੁੱਕੇ ਹਾਂ ਕਿ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਗਏ ਸੀ ਉਹ ਨਹੀਂ ਹੈ। ਇੱਕ ਜਥੇਬੰਦੀ ਜਿਹੜੀ ਨੇ ਐਲਾਨ ਕੀਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੇਲਵੇ ਲਾਈਨਾਂ ਤੋਂ ਧਰਨਾ ਉਠਾਉਣ ਦਾ, ਉਹ ਜਥੇਬੰਦੀ ਹੈ। ਉਸ ਖਿਲਾਫ ਕੋਈ ਐਕਸ਼ਨ ਲੈਣ ਦੀ ਕੋਈ ਐਕਸ਼ਨ ਨਹੀਂ ਲੱਗਿਆ ਸੀ, ਕੋਈ ਐਕਸ਼ਨ ਨਹੀਂ ਲੈਣਾ। ਪਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਡਾ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ, ਪਰ ਇਸ ਸਭ ਦੇ ਵਿਚਾਲੇ ਹੁਣ ਨਜ਼ਰ ਹੈ ਕਿ ਕੇਂਦਰ ਦੇ ਨਾਲ ਗੱਲਬਾਤ ਹੋਏਗੀ ਜਾਂ ਨਹੀਂ ਹੋਏਗੀ। ਸਿੱਧਾ ਰੁਕ ਕਰਦੇ ਰੋਹਿਤ ਬੰਸਲ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਚੰਡੀਗੜ੍ਹ ਤੋਂ, ਉਸ ਥਾਂ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ, ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ। ਰੋਹਿਤ ਦਾ ਰੁਕ ਕਰਦੇ। ਰੋਹਿਤ, ਕੀ ਕੁਝ ਇਸ ਸਮੇਂ ਇਨਫੋਰਮੇਸ਼ਨ ਤੁਹਾਡੇ ਕੋਲ? 3:30 ਵਜੇ ਪ੍ਰੈਸ ਕਾਨਫਰੰਸ ਦਾ ਸਮਾਂ ਦਿੱਤਾ ਗਿਆ ਸੀ, ਮੀਟਿੰਗ ਖਤਮ ਹੋ ਚੱਲੀ ਹੈ ਜਾਂ ਮੀਟਿੰਗ ਅਜੇ ਵੀ ਜਾਰੀ ਹੈ? ਕਿਸਾਨ ਕੀ ਕੁਝ ਕਹਿ ਰਹੇ ਨੇ, ਕੋਈ ਜਾਣਕਾਰੀ ਤੁਹਾਡੇ ਕੋਲ ਪਹੁੰਚੀ ਹੋਵੇ ਕੇਂਦਰ ਦੇ ਨਾਲ ਗੱਲਬਾਤ ਨੂੰ ਲੈ ਕੇ? जी बिल्कुल गौरव बिल्कुल हाले तक मीटिंग जारी है, हाले तक मीटिंग खत्म नहीं की गई। फिलहाल ये मीटिंग जारी है। कुछ ही समय ਦੇ ਵਿੱਚ ਜੋ ਪੰਜਾਬ ਦੇ ਕੈਬਨਿਟ ਮਿਨਿਸਟਰ ਦੱਸੇ ਜਾ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਔਰ ਤ੍ਰਿਪਤ ਰਜਿੰਦਰ ਬਾਜਵਾ ਥੋੜੀ ਦੇਰ ਬਾਅਦ ਕਿਹਾ ਜਾ ਰਿਹਾ ਕਿ ਉਹ ਮੀਟਿੰਗ ਨੂੰ ਆ ਕੇ ਜੁਆਇਨ ਕਰਨਗੇ, ਜਿਸ ਦੇ ਵਿੱਚ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਗੱਲ ਹੋਏਗੀ, ਕਿਉਂਕਿ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਔਰ ਦੂਜੇ ਪਾਸੇ ਪੰਜਾਬ ਸਰਕਾਰ ਦੀ ਵੀ ਕੱਲ ਕੈਬਨਿਟ ਦੀ ਮੀਟਿੰਗ ਹੈ ਤਾਂ ਕਿਹਾ ਜਾ ਰਿਹਾ ਕਿਤੇ ਨਾ ਕਿਤੇ ਕੈਬਨਿਟ ਮੀਟਿੰਗ ਦੇ ਵਿੱਚ ਇਹ ਡਿਸਾਈਡ ਹੋ ਚੁੱਕਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਜਲਦ ਬੁਲਾਇਆ ਜਾਵੇ। ਔਰ ਦੂਸਰੀ ਗੱਲ ਜੋ ਕਿਸਾਨਾਂ ਦੀ ਮੰਗ ਸੀ ਕਿ
ਪੂਰੇ ਪੰਜਾਬ ਨੂੰ ਨੋਟੀਫਾਈ ਮੰਡੀ ਐਲਾਨ ਕੀਤਾ ਜਾਵੇ। MSP ਨੂੰ ਲੈ ਕੇ ਕਾਨੂੰਨ ਲਿਆਂਦਾ ਜਾਵੇ ਕਿ ਕੋਈ ਵੀ ਵਿਅਕਤੀ MSP ਤੋਂ ਜੇ ਥੱਲੇ ਖਰੀਦ ਕਰਦਾ ਤਾਂ ਉਸ ਦੇ ਲਈ ਸਜ਼ਾ ਔਰ ਜੁਰਮਾਨੇ ਦਾ ਜੋ ਕਾਨੂੰਨ ਬਣਾਇਆ ਜਾਵੇ। ਤੀਸਰੀ ਗੱਲ ਕਿ ਜੋ ਕੇਂਦਰ ਸਰਕਾਰ ਦੁਆਰਾ ਕਾਨੂੰਨ ਪਾਸ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ। ਇਹ ਤਿੰਨ ਮੁੱਖ ਮੰਗਾਂ ਸਨ ਜੋ ਲਗਾਤਾਰ ਜੋ ਕਿਸਾਨ ਲੀਡਰ ਆ ਉਹ ਪੰਜਾਬ ਸਰਕਾਰ ਤੋਂ ਕਰ ਰਹੇ ਸਨ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਸੇ ਮੰਗਾਂ ਨੂੰ ਲੈ ਕੇ ਜੋ 3 ਮੈਂਬਰੀ ਪੰਜਾਬ ਸਰਕਾਰ ਵੱਲੋਂ ਕਮੇਟੀ ਬਣਾਈ ਗਈ ਆ ਉਹ ਥੋੜੀ ਦੇਰ 'ਚ ਕਿਸਾਨਾਂ ਦੀ ਇਸ ਮੀਟਿੰਗ ਨੂੰ ਜੁਆਇਨ ਕਰੇਗੀ, ਜਿਸ ਤੋਂ ਬਾਅਦ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਣਗੇ ਔਰ ਕੀ ਪੰਜਾਬ ਸਰਕਾਰ ਕਿਹੜੇ-ਕਿਹੜੇ ਮੁੱਦਿਆਂ ਲਈ ਰਾਜੀ ਹੈ, ਕਿਹੜਿਆਂ ਲਈ ਨਹੀਂ। ਦੂਸਰੀ ਗੱਲ ਜੋ ਕੇਂਦਰ ਨੂੰ ਲੈ ਕੇ ਮੀਟਿੰਗ ਹੈ ਉਸ ਦੇ ਲਈ ਵੀ ਇੱਕ ਫੈਸਲਾ ਲਿਆ ਜਾ ਰਿਹਾ ਕਿ ਕੇਂਦਰ ਨਾਲ ਮੀਟਿੰਗ ਕਰਨੀ ਹੈ ਜਾਂ ਨਹੀਂ ਕਰਨੀ। ਜੇ ਕਰਨੀ ਹੈ ਤਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਏਗੀ, ਕਿਹੜੇ-ਕਿਹੜੇ ਵਿਸ਼ੇ ਉਸ ਦੇ ਵਿੱਚ ਚਰਚਾ ਦੇ ਵਿਸ਼ੇ ਰਹਿਣਗੇ। ਔਰ ਹੁਣ ਤੱਕ ਦੀ ਜੋ ਗੱਲ ਸਾਹਮਣੇ ਆ ਚੁੱਕੀ ਹੈ, ਹਾਲਾਂਕਿ ਅਫੀਸ਼ੀਅਲ ਸੋਰਸ ਤੋਂ ਇਹ ਗੱਲ ਹਾਲੇ ਤੱਕ ਕਨਫਰਮ ਨਹੀਂ ਹੋਈ, ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਕੱਲ ਕੇਂਦਰ ਨਾਲ ਮੁਲਾਕਾਤ ਕਰਨ ਜਾ ਰਹੀਆਂ ਨੇ, ਪਰ ਹਾਲੇ ਤੱਕ ਅਫੀਸ਼ੀਅਲੀ ਕੁਝ ਵੀ ਕਨਫਰਮ ਨਹੀਂ ਕੀਤਾ ਗਿਆ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਦੀ ਜੋ ਪਹਿਲਾਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਏਗੀ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਰੁਖ ਪਤਾ ਲੱਗੇਗਾ ਔਰ ਕੱਲ ਜਾ ਕੇ ਕੇਂਦਰ ਦੇ ਨਾਲ ਜਦੋਂ ਮੀਟਿੰਗ ਕਰਾਂਗੇ ਤਾਂ ਕੇਂਦਰ ਦਾ ਰੁਖ ਪਤਾ ਲੱਗੇਗਾ। ਅੱਜ ਦੀ ਮੀਟਿੰਗ ਹੈ, ਇੱਕ ਕੱਲ ਦੀ ਮੀਟਿੰਗ ਹੈ, ਕੱਲ ਦੂਸਰੀ ਕੈਬਨਿਟ ਦੀ ਮੀਟਿੰਗ ਹੈ, ਉਸ ਦੇ ਵਿੱਚ ਵਿਧਾਨ ਸਭਾ ਸੈਸ਼ਨ ਬਾਰੇ ਵੀ ਪਤਾ ਲੱਗ ਜਾਏਗਾ। ਔਰ ਇਸ ਤੋਂ ਅਗਲੀ ਗੱਲ ਹੈ ਜੋ 15 ਤਰੀਕ ਨੂੰ ਕਿਸਾਨਾਂ ਨੇ ਫਿਰ ਤੋਂ ਇੱਕ ਮੀਟਿੰਗ ਰੱਖੀ ਹੈ, ਜਿਸ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਕੇਂਦਰ ਨਾਲ ਮੀਟਿੰਗ ਹੋ ਚੁੱਕੀ ਹੋਏਗੀ ਔਰ ਦੂਸਰੀ ਪੰਜਾਬ ਸਰਕਾਰ ਨਾਲ ਮੀਟਿੰਗ ਹੋ ਚੁੱਕੀ ਹੋਏਗੀ ਤਾਂ ਉਹ ਦੋਨਾਂ ਦੇ ਫੈਸਲਿਆਂ ਨੂੰ ਕਲੱਬ ਕਰਕੇ ਅੱਗੇ ਦੀ ਰਣਨੀਤੀ ਕੀ ਰਹਿੰਦੀ ਹੈ, ਕੀ ਕੇਂਦਰ ਸਰਕਾਰ ਉਹਨਾਂ ਦੀਆਂ ਗੱਲਾਂ ਮੰਨਦੀਆਂ ਤਾਂ ਅੱਗੇ ਸੰਘਰਸ਼ ਨੂੰ ਕਿਤੇ ਨਾ ਕਿਤੇ ਢਿੱਲਾ ਕੀਤਾ ਜਾਏਗਾ, ਕਿਤੇ ਨਾ ਕਿਤੇ ਸੰਘਰਸ਼ ਨੂੰ ਘਟਾਇਆ ਜਾਵੇਗਾ। ਪਰ ਜੇ ਕੇਂਦਰ ਸਰਕਾਰ ਨਾਲ ਜਿਹੜੇ ਫੈਸਲੇ ਕਿਸਾਨ ਚਾਹੁੰਦੇ ਨੇ ਉਹ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਕਰਦੀ ਤਾਂ 15 ਤਰੀਕ ਤੋਂ ਬਾਅਦ ਇਸ ਜੋ ਪੂਰੇ ਸੰਘਰਸ਼ ਆ ਉਸ ਨੂੰ ਕਿਤੇ ਨਾ ਕਿਤੇ ਹੋਰ ਤਿੱਖਾ ਰੂਪ ਦਿੱਤਾ ਜਾ ਸਕਦਾ। ਜਿਸ ਤਰ੍ਹਾਂ ਅੱਜ ਸਵੇਰ ਦੀ ਜੇ ਮੈਂ ਗੱਲ ਕਰਾਂ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਰੇਲਵੇ ਟਰੈਕ ਤੋਂ ਧਰਨੇ ਖਤਮ ਕਰ ਦਿੱਤੇ ਆ, ਤਾਂ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀ ਕਿ ਮੀਡੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਕਿਸਾਨਾਂ ਨੇ ਆਪਣੇ ਧਰਨੇ ਖਤਮ ਕਰਨ ਜਾ ਰਹੀ ਹੈ, ਰੇਲਵੇ ਟਰੈਕ ਤੋਂ ਧਰਨੇ ਖਤਮ ਕਰਨ ਜਾ ਰਹੀ ਹੈ। ਪਰ ਕਿਸਾਨਾਂ ਨੇ ਸਾਫ਼ ਕਰਤਾ ਕਿ ਸਾਡੀ ਕੋਈ ਅਜਿਹੀ ਹਾਲੇ ਤੱਕ ਮਨਸਾ ਨਹੀਂ ਹੈ, ਸਾਡੇ ਧਰਨੇ ਲਗਾਤਾਰ ਜਾਰੀ ਰਹਿਣਗੇ ਜਿੰਨਾ ਦੇਰ ਤੱਕ ਅਸੀਂ ਮੀਟਿੰਗ ਕਰ ਰਹੇ ਹਾਂ। ਉਸ ਦੀ ਮੀਟਿੰਗ ਦੇ ਵਿੱਚ ਹੀ ਫੈਸਲਾ ਕੀਤਾ ਜਾਏਗਾ ਕਿ ਧਰਨੇ ਕਦੋਂ ਤੱਕ ਚੱਲਣਗੇ ਔਰ ਉਹਨਾਂ ਨੇ ਫਿਲਹਾਲ ਪਹਿਲਾਂ ਫੈਸਲਾ ਦੇ ਦਿੱਤਾ ਹੈ ਕਿ ਰੇਲਵੇ ਟਰੈਕ ਤੋਂ ਅਸੀਂ ਧਰਨੇ ਖਤਮ ਨਹੀਂ ਕਰ ਰਹੇ। ਇਹ ਇੱਕ ਯੂਨੀਅਨ ਦਾ ਫੈਸਲਾ ਹੋ ਸਕਦਾ ਪਰ तमाम ਯੂਨੀਅਨ ਦਾ ਨਹੀਂ ਹੈਗਾ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅਜਮੇਰ ਸਿੰਘ ਲੱਖੋਵਾਲ ਨੇ ਇੱਕ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੋ ਅੱਜ ਦੀ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਔਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੈ। ਜੀ ਗੌਰਵ। ਠੀਕ ਹੈ ਰੋਹਿਤ, ਮੇਰੇ ਨਾਲ ਬਣੇ ਰਹੋ। ਅਸੀਂ ਸਿੱਧਾ ਰੁਕ ਕਰਦੇ ਹਾਂ ਮਾਨਸਾ ਦਾ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰੇਲਵੇ ਟਰੈਕ ਤੋਂ ਧਰਨੇ ਖਤਮ ਕਰ ਰਹੇ ਹਾਂ। ਉਗਰਾਹਾਂ ਦੇ ਵੱਲੋਂ ਇਹ ਵੀ ਪਹਿਲਾਂ ਕਹਿ ਦਿੱਤਾ ਗਿਆ ਸੀ ਕਿ ਅਸੀਂ ਤਾਂ ਮੀਟਿੰਗ ਦੇ ਲਈ ਤਿਆਰ ਹਾਂ, ਕੇਂਦਰ ਦੇ ਨਾਲ ਮੀਟਿੰਗ ਦੇ ਲਈ ਤਿਆਰ ਹਾਂ। ਮੈਂ ਸਿੱਧਾ ਰੁਕ ਕਰਦਾ ਮਾਨਸਾ ਦਾ। ਬਲਦੇਵ ਸ਼ਰਮਾ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਬਲਦੇਵ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਕੀ ਸਟੈਂਡ ਹੈ ਕਿ ਰੇਲਵੇ ਟਰੈਕ ਤੋਂ ਧਰਨੇ ਖਤਮ ਕੀਤੇ ਜਾ ਰਹੇ ਨੇ ਜਾਂ ਨਹੀਂ ਕੀਤੇ ਜਾ ਰਹੇ? ਜੇਕਰ ਕੀਤੇ ਜਾ ਰਹੇ ਨੇ ਕਦੋਂ ਕੀਤੇ ਜਾਣਗੇ? ਬਿਲਕੁਲ ਗੌਰਵ, ਦੱਸਣਾ ਚਾਹਾਂਗਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ 3 ਵਜੇ ਦਾ ਟਾਈਮ ਰੱਖਿਆ ਸੀਗਾ। ਉਹਨਾਂ ਨੇ ਕਿਹਾ ਵੀ ਧਰਨੇ ਆ ਜਿਹੜੇ ਸਮਾਪਤ ਕੀਤੇ ਜਾਣਗੇ ਜਿਹੜੇ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਸੀ ਉਹਦੇ ਮੀਟਿੰਗ 'ਚ ਵੀ ਜਾਣਗੇ। ਦਿੱਕਤ ਜਿਹੜੀ ਲੋਕਾਂ ਨੂੰ ਹੋ ਰਹੀ ਹੈ ਪੰਜਾਬ ਸਰਕਾਰ ਦੀ ਅਪੀਲ ਤੇ ਪ੍ਰਧਾਨ ਨੇ ਰਾਮ ਸਿੰਘ ਭੈਣੀਵਾਗਾ ਉਹਨਾਂ ਨੇ ਨਿਊਜ਼ 18 ਨਾਲ ਗੱਲ ਕਰਦੇ ਹੋਏ ਦੱਸਿਆ ਸੀ ਅੱਜ ਸ਼ਾਮ ਨੂੰ ਅਸੀਂ ਜਿਹੜੇ ਧਰਨੇ ਸਮਾਪਤ ਕਰ ਦੇਵਾਂਗੇ ਤੇ ਇਹੀ ਧਰਨੇ ਆ ਜਿਹੜੇ ਬੀਜੇਪੀ ਦੇ ਆਗੂ ਨੇ ਹੋਣਗੇ ਸਾਰੇ ਧਰਨੇ। ਗੌਰਵ ਜੀ ਇੱਕ ਵਾਰ ਫਿਰ ਕਲੀਅਰ ਕਰਦੇ ਹਾਂ ਕਿ ਜਿਹੜੇ ਧਰਨੇ ਪ੍ਰਦਰਸ਼ਨ ਕਿਹਾ ਜਾ ਰਿਹਾ ਸੀ ਉਗਰਾਹਾਂ ਦੇ ਵੱਲੋਂ ਉਹ ਹੁਣ ਨਹੀਂ ਖਤਮ ਹੋਣਗੇ, ਕੀ ਕੁਝ ਕਿਹਾ ਜਾ ਰਿਹਾ? ਬਿਲਕੁਲ ਉਹਨਾਂ ਨੇ ਕਿਹਾ ਖਤਮ ਕੀਤੇ ਜਾ ਰਹੇ ਧਰਨੇ ਅੱਜ, ਪਰ ਜਿਹੜੇ ਮਾਨਸਾ ਦੇ ਵਿੱਚ ਸਥਿਤੀ ਹੈ ਕਿ ਮਾਨਸਾ ਦੇ ਵਿੱਚ ਬੁਢਲਾਡੇ ਇੱਕ 80 ਸਾਲਾਂ ਦੀ ਬਜ਼ੁਰਗ ਔਰਤ ਜਿਹੜੀ ਦੇ ਦੌਰਾਨ ਮਰ ਗਈ ਸੀ, ਉਸ ਮੁਆਵਜ਼ੇ ਨੂੰ ਲੈ ਕੇ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਮੁਆਵਜ਼ੇ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਧਰਨਾ ਨਹੀਂ ਚੱਕਣਗੇ। ਫਿਲਹਾਲ ਸਾਰੀ ਸਥਿਤੀ ਮਾਨਸਾ ਟਿਕੀ ਹੋਈ ਹੈ, ਪ੍ਰਸ਼ਾਸਨ ਕੀ ਫੈਸਲਾ ਕਰਦਾ ਹੈ ਉਸ ਤੋਂ ਬਾਅਦ ਇਹ ਧਰਨਾ ਸਮਾਪਤ ਹੋਊਗਾ। ਠੀਕ ਹੈ, ਕਲੀਅਰ ਕਰ ਦਈਏ। ਬਹੁਤ ਸਾਰੀ ਉੱਥੇ ਹੋਰ ਵੀ ਆਵਾਜ਼ ਆ ਰਹੀ ਹੈ ਕਿਉਂਕਿ ਉੱਥੇ ਲੱਗ ਰਿਹਾ ਕਿ ਕੋਈ ਭਾਸ਼ਣ ਦੇ ਰਿਹਾ ਹੈ, ਅਨਾਉਂਸਮੈਂਟ ਹੋ ਰਹੀ ਹੈ ਜਿੱਥੇ ਬਲਦੇਵ ਇਸ ਸਮੇਂ ਮੌਜੂਦ ਨੇ। ਤਾਂ ਬਲਦੇਵ ਕਹਿ ਰਹੇ ਨੇ ਕਿ ਫੈਸਲਾ ਕੀਤਾ ਗਿਆ ਉਗਰਾਹਾਂ ਦੇ ਵੱਲੋਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਕਿ ਧਰਨਾ ਪ੍ਰਦਰਸ਼ਨ ਅਸੀਂ ਰੇਲਵੇ ਟਰੈਕ ਤੋਂ ਖਤਮ ਕਰਾਂਗੇ। ਪਰ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਈ ਸੀ, 80 ਸਾਲਾ ਬਜ਼ੁਰਗ ਮਹਿਲਾ ਦੀ, ਉਸਦੇ ਪਰਿਵਾਰ ਦੇ ਲਈ 10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਹੋ ਰਹੀ ਹੈ ਤੇ ਉਸ ਧਰਨੇ ਨੂੰ ਜਾਰੀ ਰੱਖਿਆ ਜਾਏਗਾ। ਬਲਦੇਵ, ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ, ਕਿੱਥੇ ਕਿੱਥੇ ਉਗਰਾਹਾਂ ਦੇ ਵੱਲੋਂ ਰੇਲਵੇ ਟਰੈਕ ਤੇ ਧਰਨਾ ਦਿੱਤਾ ਜਾ ਰਿਹਾ ਸੀ? ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਬੁਢਲਾਡੇ ਵਾਲੇ ਧਰਨੇ ਜਾਰੀ ਰਹਿਣਗੇ, ਬਾਕੀ ਜਿਹੜੀਆਂ ਥਾਵਾਂ ਤੇ ਉਗਰਾਹਾਂ ਬੈਠੀ ਹੋਈ ਸੀ ਧਰਨਿਆਂ ਤੇ, ਖਾਸ ਤੌਰ ਤੇ ਰੇਲਵੇ ਟਰੈਕ ਤੇ, ਉਹ ਖਤਮ ਕਰ ਦਿੱਤੇ ਗਏ ਨੇ ਜਾਂ 3 ਵਜੇ ਤੋਂ ਬਾਅਦ ਖਤਮ ਹੋ ਜਾਣਗੇ?
ਜਾਣਗੀਆਂ ਮਾਰਕੀਟਾਂ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿੰਨੇ ਗੌਰਵ ਅਫਸਰ ਕੁਝ ਨੇ ਸਮੇਂ ਬਾਅਦ ਹੀ ਡਿਪਟੀ ਕਮਿਸ਼ਨਰ ਨਾਲ ਕਿੰਨੇ ਮੀਟਿੰਗ ਚੱਲ ਕੰਮ ਰਹੀ ਹੈ ਕਰਦੇ ਆ, ਸਰਕਾਰੀ ਮੁਲਾਜ਼ਮ ਨੇ ਇਸ ਉਹ। ਮੁਆਵਜ਼ੇ ਨੂੰ ਲੈ ਕੇ ਜਿਵੇਂ ਹੀ ਇਸ ਮੁਆਵਜ਼ੇ ਦਾ ਫੈਸਲਾ ਹੁੰਦਾ ਹੈ ਜਦੋਂ ਜਿਹੜੀ ਭਰਾਵੋ ਭਾਰਤੀ ਇਲੈਕਸ਼ਨ ਕਿਸਾਨ ਟੁੱਟ ਯੂਨੀਅਨ ਗਏ, ਏਕਤਾ ਉਗਰਾ ਹੈ ਉਹ ਆਪਣੇ ਸਾਰੇ ਧਰਨੇ ਆ ਜਿਹੜੇ ਸਰਕਾਰੀ ਰੇਲਵੇ ਮੀਟਿੰਗ ਟਰੈਕ ਜਮਾਂ ਬੰਦ ਹੋ ਪਤਾ ਗਏ। ਲੱਗੇ ਕਿ ਇਹੀ ਧਰਨੇ ਆ ਜਿਹੜੇ ਉਹ ਭਾਜਪਾ ਫਿਰ ਉਹਨਾਂ ਦੇ ਵੀ ਅੱਠ ਵਜੇ ਹੋ ਹੋਣਗੇ। ਜਾਣਗੇ ਸਾਰੇ ਧਰਨੇ। ਫਿਰ ਇੱਥੇ ਮਤਬਲੀ ਨਹੀਂ ਰਹਿਣਾ ਫਿਰ ਤਾਂ ਤੁਹਾਡੀ ਠੀਕ ਹੈ, ਤੁਸੀਂ ਹੋਰ ਅਪਡੇਟ ਦੇ ਲਈ ਸਾਡੇ ਨਾਲ ਜੁੜਦੇ ਰਹਿਣਾ। ਤਾਂ ਬਹੁਤ ਕਲੀਅਰ ਕੀਤਾ ਹੈ ਬਲਦੇਵ ਨੇ, ਸਾਡੇ ਸਹਿਯੋਗੀ ਨੇ, ਕਿ ਜਿਹੜੀ ਗੱਲਬਾਤ ਹੋਏਗੀ ਡਿਪਟੀ ਕਮਿਸ਼ਨਰ ਦੇ ਨਾਲ, ਡੀਸੀ ਉਹਨਾਂ ਦੇ ਨਾਲ, ਉਸ ਤੋਂ ਬਾਅਦ ਇਹ ਫੈਸਲਾ ਕਰਨਗੇ ਮਾਨਸਾ ਦੇ ਡੀਸੀ ਦੇ ਨਾਲ ਕਿ ਅੱਗੇ ਕੀ ਸਟੈਪ ਚੁੱਕਣਾ ਹੈ, ਕਿ ਜੇਕਰ ਉਹਨਾਂ ਦੇ ਮੁਆਵਜ਼ੇ ਨੂੰ ਲੈ ਕੇ ਜਾਂ ਨੌਕਰੀ ਨੂੰ ਲੈ ਕੇ ਜਿਹੜੀ ਮੰਗ ਹੈਗੀ ਹੈ ਜੋ ਮੰਨ ਲਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਧਰਨੇ ਪ੍ਰਦਰਸ਼ਨ ਖਤਮ ਕਰ ਦੇਣੇ। ਮੈਂ ਇੱਕ ਵਾਰ ਫਿਰ ਤੋਂ ਰੋਹਿਤ ਦਾ ਰੁਖ ਕਰਦਾ ਕਿਉਂਕਿ ਜੋ ਸਮਾਂ ਦਿੱਤਾ ਗਿਆ ਸੀ 3:30 ਵਜੇ ਦਾ ਸਮਾਂ ਸੀ। ਰੋਹਿਤ, ਮੈਂ ਦੋ ਚੀਜ਼ਾਂ ਤੁਹਾਡੇ ਤੋਂ ਸਮਝਣੀਆਂ ਚਾਹੁੰਦਾ। ਇੱਕ ਤਾਂ ਉਗਰਾਹਾਂ ਨੂੰ ਲੈ ਕੇ ਕੀ ਕੁਝ ਕਹਿ ਰਹੀਆਂ ਨੇ ਜਥੇਬੰਦੀਆਂ, ਕਿਉਂਕਿ ਉਗਰਾਹਾਂ ਕਹਿ ਰਹੇ ਸੀ ਅਸੀਂ ਪਹਿਲਾਂ ਹੀ 31 ਜਥੇਬੰਦੀਆਂ ਦੇ ਵਿੱਚ ਨਹੀਂ ਹੈਗੇ, ਇਸ ਕਰਕੇ ਅਸੀਂ ਇੰਡੀਪੈਂਡੈਂਟ ਤੌਰ ਦੇ ਉੱਤੇ ਆਪਣੇ ਫੈਸਲੇ ਲੈ ਰਹੇ ਨੇ। ਤੇ ਦੂਜੇ ਪਾਸੇ ਕਿ ਮੀਟਿੰਗ ਖਤਮ ਹੋ ਗਈ ਹੈ, 3:30 ਵਜੇ ਪ੍ਰੈਸ ਕਾਨਫਰੰਸ ਹੋਏਗੀ, ਇਸ ਨੂੰ ਟਾਲਿਆ ਜਾ ਸਕਦਾ ਹੈ ਅੱਗੇ ਥੋੜੇ ਜਿਹੇ ਹੋਰ ਸਮੇਂ ਦੇ ਲਈ। ਹਾਂ ਜੀ ਬਿਲਕੁਲ ਗੌਰਵ ਜੀ, ਮੈਂ ਪਹਿਲੀ ਗੱਲ ਕਰਾਂ ਮੀਟਿੰਗ ਦੀ, ਤਾਂ ਮੀਟਿੰਗ ਹਾਲੇ ਤੱਕ ਜਾਰੀ ਹੈ। ਮੀਟਿੰਗ ਨੂੰ ਹਾਲੇ ਤੱਕ ਖਤਮ ਨਹੀਂ ਕੀਤਾ ਗਿਆ ਔਰ ਕਰੀਬ ਕਿਹਾ ਜਾ ਰਿਹਾ ਜੋ ਪਹਿਲਾਂ 3:30 ਦਾ ਸਮਾਂ ਦਿੱਤਾ ਗਿਆ ਸੀ, ਸ਼ਾਇਦ ਹੁਣ ਮੀਡੀਆ ਨੂੰ ਜੋ ਕਿਸਾਨ ਆਗੂ ਮੁਤਾਫਿਕ ਹੋਣਗੇ ਉਹ ਸ਼ਾਇਦ 4 ਵਜੇ ਤੱਕ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਏਗੀ। ਔਰ ਦੂਸਰੀ ਜੋ ਤੁਹਾਡੀ ਗੱਲ ਕੀਤੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੈ ਕੇ ਕਿਸਾਨਾਂ ਦਾ ਕੀ ਕਹਿਣਾ, ਤਾਂ ਸਾਫ਼ ਤੌਰ ਤੇ ਉਹਨਾਂ ਦੇ ਨਾਲ, ਕਿਉਂਕਿ ਪਿਛਲੇ ਦਿਨਾਂ 'ਚ ਜਦੋਂ ਲੱਖੋਵਾਲ ਨੇ ਰੁਖ ਕੀਤਾ ਸੀ ਸੁਪਰੀਮ ਕੋਰਟ ਦਾ, ਤਾਂ ਉਹਨਾਂ ਨੂੰ 31 ਕਿਸਾਨ ਯੂਨੀਅਨਾਂ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਇਹ ਪਟੀਸ਼ਨ ਵਾਪਸ ਨਹੀਂ ਲੈਂਦੇ, ਔਰ ਦੂਸਰੀ ਗੱਲ ਜਦੋਂ ਤੱਕ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਕਾਗਜ਼ ਲਿਆ ਕੇ ਕਿਸਾਨ ਯੂਨੀਅਨਾਂ ਨੂੰ ਨਹੀਂ ਦਿਖਾ ਦਿੰਦੇ ਉਦੋਂ ਤੱਕ ਇਹ ਜਾਰੀ ਰਹੇਗਾ ਸਸਪੈਂਸ਼ਨ। ਪਰ ਦੂਜੇ ਪਾਸੇ ਉਗਰਾਹਾਂ ਦੇ ਲਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੈ ਕੇ ਕੋਈ ਐਕਸ਼ਨ ਲੈਣ ਜਾ ਰਹੇ ਹੋ, ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਐਕਸ਼ਨ ਫਿਲਹਾਲ ਕੋਈ ਨਹੀਂ ਲੈਣ ਜਾ ਰਹੇ। ਪਰ ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਔਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸ਼ਾਮਿਲ ਨਹੀਂ ਹੋ ਰਿਹਾ ਹੈ ਜੀ। ਠੀਕ ਹੈ ਰੋਹਿਤ, ਤੁਸੀਂ ਨਜ਼ਰ ਬਣਾਏ ਰੱਖੋ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਲਦੇਵ ਸਾਡੇ ਨਾਲ ਜੁੜੇ ਹੋਏ ਸਨ ਮਾਨਸਾ ਤੋਂ। ਬਲਦੇਵ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੀ ਅਪਡੇਟ ਇਸ ਸਮੇਂ ਇਸ ਮੀਟਿੰਗ ਦੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਜ਼ਰੂਰੀ ਇਸ ਕਰਕੇ ਵੀ ਹੈ ਕਿ ਇੱਕ ਚੀਜ਼ ਤਾਂ ਬੜੀ ਕਲੀਅਰ ਹੋ ਗਈ ਹੈ ਕਿ ਫਿਲਹਾਲ ਅੱਜ ਦੀ ਮੀਟਿੰਗ ਤੋਂ ਬਾਅਦ ਅਜਿਹਾ ਕੋਈ ਫੈਸਲਾ ਨਹੀਂ ਆਏਗਾ ਕਿ ਰੇਲਵੇ ਟਰੈਕ ਤੋਂ ਧਰਨੇ ਚੁੱਕ ਲਏ ਜਾਣ। ਰੇਲਵੇ ਟਰੈਕ ਤੇ ਧਰਨੇ ਜਾਰੀ ਰਹਿਣਗੇ ਜਿਵੇਂ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ। ਫਿਰ ਵੀ ਸਾਡੀ ਇਸ ਦੇ ਉੱਤੇ ਵੀ ਨਜ਼ਰ ਰਹੇਗੀ। ਪਰ ਦੂਜੇ ਪਾਸੇ ਉਹ ਨਜ਼ਰ ਇਹ ਵੀ ਹੈ ਕਿ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਲਈ ਰਾਜ਼ੀ ਹੁੰਦੇ ਨੇ ਕਿਸਾਨ ਜਾਂ ਨਹੀਂ। ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਉਹ ਕਰਨਗੇ, ਉਹ ਵੀ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਕੀ ਕੁਝ ਕਿਸਾਨ ਆਗੂ ਕਹਿ ਰਹੇ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹੋਵਾਂਗਾ।